Good morning everyone. My name is ਹਿਮਸ਼ਿਖਾ। ਅੱਜ ਮੈਂ ਤੁਹਾਨੂੰ ਆਪਣੇ ਸਬਜੈਕਟ ਦਾ ਨਾਮ ਹੈ ਮਾਈਕਰੋ ਕੰਟਰੋਲਰ ਐਂਡ ਐਮਬੈਡਡ ਸਿਸਟਮ। ਇਸ ਦਾ ਫਸਟ ਚੈਪਟਰ ਹੈਗਾ ਇੰਟਰੋਡਕਸ਼ਨ। ਚੈਪਟਰ 1 ਸਟਾਰਟ ਕਰਨ ਜਾ ਰਹੇ ਹਾਂ। ਚੈਪਟਰ 1 ਦਾ ਨਾਮ ਹੈ ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਕੀ ਹੈ ਵੀ ਮਾਈਕਰੋ ਕੰਟਰੋਲਰ ਹੈ ਜਿਹੜਾ ਉਹ ਕਿੱਥੇ ਕਿੱਥੇ ਪਾਏ ਜਾਂਦੇ ਆ, ਮਾਈਕਰੋ ਕੰਟਰੋਲਰ ਕਿੱਥੇ ਕਿੱਥੇ ਯੂਜ਼ ਹੁੰਦੇ ਆ। ਮਾਈਕਰੋ ਕੰਟਰੋਲਰ ਆਪਣੀ ਡੇਲੀ ਜਿਹੜੀਆਂ ਆਪਣੇ ਅਪਲਾਇੰਸਿਸ ਹੈ, ਇੰਸਟਰੂਮੈਂਟਸ ਹੈ ਜਿਹੜੇ ਆਪਾਂ ਯੂਜ਼ ਕਰਦੇ ਹਾਂ ਉੱਥੇ ਕੀ ਹੈ ਪਾਏ ਜਾਂਦੇ ਆ। ਜਿਵੇਂ ਮਾਈਕਰੋਵੇਵ ਓਵਨ, ਆਟੋਮੋਬਾਈਲਸ, ਵਾਚ ਹੋ ਗਈਆਂ, ਰਿਮੋਟ ਕੰਟਰੋਲਰ, ਸੈੱਲ ਫੋਨਸ, DVDs, ਇਲੈਕਟ੍ਰੋਨਿਕ ਜਿਹੜੇ ਟੋਇਜ਼ ਹੈ ਉਹਨਾਂ ਵਿੱਚ ਕੀ ਹੈ ਮਾਈਕਰੋ ਕੰਟਰੋਲਰ ਪਾਇਆ ਜਾਂਦਾ। ਫਿਰ ਕੀ ਹੈ ਮਾਈਕਰੋ ਕੰਟਰੋਲਰ ਨੈਕਸਟ ਪੇਜ 'ਤੇ ਮਾਈਕਰੋ ਕੰਟਰੋਲਰ ਹੁੰਦਾ ਕੀ ਹੈ। ਮਾਈਕਰੋ ਕੰਟਰੋਲਰ ਇਜ਼ ਏ ਸਿੰਗਲ IC that executes a user program generally for controlling some device, that's why named as microcontroller। ਕੀ ਕਹਿ ਰਹੇ ਹਾਂ ਮਾਈਕਰੋ ਕੰਟਰੋਲਰ ਕੀ ਹੈ ਸਿੰਗਲ IC ਹੈ, ਮਤਲਬ ਇਹ ਕੀ ਹੁੰਦਾ ਇੱਕ ਚਿਪ ਹੁੰਦੀ ਹੈ, ਇਹ ਇੱਕ IC ਹੁੰਦਾ ਜਿਹੜਾ ਐਗਜ਼ੀਕਿਊਟ ਕਰਦਾ ਯੂਜ਼ਰ ਪ੍ਰੋਗਰਾਮ ਨੂੰ। ਜਿਹੜਾ ਵੀ ਮਤਲਬ ਯੂਜ਼ਰ ਉਹਦੇ ਵਿੱਚ ਪ੍ਰੋਗਰਾਮ ਇੱਕ ਫੀਡ ਕਰ ਦਿੰਦਾ ਉਸ ਨੂੰ ਐਗਜ਼ੀਕਿਊਟ ਕਰਕੇ ਪ੍ਰੋਗਰਾਮ ਮਤਲਬ ਰਨ ਕਰਦਾ ਉਹ। ਅਤੇ ਕੀ ਹੈ ਕੋਈ ਆਪਰੇਸ਼ਨ ਪਰਫੋਰਮ ਹੁੰਦਾ, ਕੁਛ ਆਪਾਂ ਚੀਜ਼ ਕੰਟਰੋਲ ਕਰਦੇ ਹਾਂ ਕਿਸੇ ਡਿਵਾਈਸ ਨੂੰ, ਕਿਸੇ ਡਿਵਾਈਸ ਦਾ ਟੈਂਪਰੇਚਰ ਕੰਟਰੋਲ ਕਰ ਲਿਆ, ਕਿਸੇ ਵੀ ਡਿਵਾਈਸ ਦਾ ਟਾਈਮ ਕੰਟਰੋਲ ਕਰ ਲਿਆ, ਕੁਛ ਵੀ ਕੰਟਰੋਲ ਕਰ ਲਿਆ, ਤਾਂ ਇਸ ਕਰਕੇ ਇਹਦਾ ਆਪਾਂ ਇਹਨੂੰ ਕਿਉਂ ਕਹਿੰਦੇ ਹਾਂ ਮਾਈਕਰੋ ਕੰਟਰੋਲਰ। ਮਾਈਕਰੋ ਕੰਟਰੋਲਰ ਦੀ ਡਾਇਗਰਾਮਾਂ ਦੇਖੋ ਦਿਖਾਈ ਹੋਈ ਹੈ। ਮਾਈਕਰੋ ਕੰਟਰੋਲਰ ਦਾ ਚਿਪ ਹੈ, ਚਿਪ ਦੇ ਵਿੱਚ ਦੇਖੋ ਅੰਦਰ ਜਿਹੜਾ ਇੰਟਰਨਲ ਸਟਰਕਚਰ ਹੈ, ਸਿੰਗਲ ਚਿਪ ਦੇ ਵਿੱਚ RAM ਹੈ, ROM ਹੈ, ਪ੍ਰੋਸੈਸਰ ਹੈ, ਕਲੌਕ ਹੈ ਅਤੇ ਇਨਪੁਟ ਆਊਟਪੁੱਟ ਕੰਟਰੋਲ ਯੂਨਿਟ ਹੈ। ਮਤਲਬ ਤੁਸੀਂ ਉਹਨੂੰ ਇਨਪੁੱਟ ਵੀ ਦੇ ਸਕਦੇ ਹੋ ਅਤੇ ਉਹ ਤੋਂ ਆਊਟਪੁੱਟ ਲੈ ਸਕਦੇ ਹੋ। ਮਾਈਕਰੋ ਕੰਟਰੋਲਰ ਮਾਈਕਰੋ ਕੰਟਰੋਲਰ ਕੀ ਹੈ ਸਮੋਲ ਹੁੰਦੇ ਨੇ ਕਿ ਇਹਨਾਂ ਦਾ ਬੈਨੀਫਿਟ ਇਹ ਵੀ ਹੈ ਸਮੋਲ ਹੁੰਦੇ ਹੈ, ਕੋਸਟ ਲੋ ਹੁੰਦੀ ਹੈ, ਠੀਕ ਹੈ, ਇਸ ਕਰਕੇ ਆਪਾਂ ਮਾਈਕਰੋ ਕੰਟਰੋਲਰ ਪ੍ਰੈਫਰ ਕਰਦੇ ਹਾਂ। ਨੈਕਸਟ ਕੁਐਸਚਨ ਹੈ ਮਾਈਕਰੋ ਕੰਟਰੋਲਰ ਵਰਸਿਸ ਮਾਈਕਰੋ ਪ੍ਰੋਸੈਸਰ। ਮਾਈਕਰੋ ਕੰਟਰੋਲਰ ਅਤੇ ਮਾਈਕਰੋ ਪ੍ਰੋਸੈਸਰ ਦੇ ਵਿੱਚ ਕੀ ਡਿਫਰੈਂਸ ਹੈ। ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ। ਮਾਈਕਰੋ ਕੰਟਰੋਲਰ ਡਿਫਰਸ ਫਰੋਮ ਮਾਈਕਰੋ ਪ੍ਰੋਸੈਸਰ ਇਨ ਮੈਨੀ ਵੇਜ਼। ਫਸਟ ਐਂਡ ਮੋਸਟ ਇੰਪੋਰਟੈਂਟ ਡਿਫਰੈਂਸ ਇਜ਼ ਇਟਸ ਫੰਕਸ਼ਨੈਲਿਟੀ। ਫੰਕਸ਼ਨ ਹੀ ਦੋਨਾਂ ਦਾ ਡਿਫਰੈਂਟ ਹੈ। ਇਨ order that microprocessor may be used, other components such as memory must be added to it। ਜੇ ਆਪਾਂ ਮਾਈਕਰੋ ਪ੍ਰੋਸੈਸਰ ਯੂਜ਼ ਕਰਨਾ ਤਾਂ ਆਪਾਂ ਨੂੰ ਕੀ ਹੈ ਮੈਮਰੀ ਐਡ ਕਰਨੀ ਪੈਂਦੀ ਹੈ। ਸਿਮਿਲਰਲੀ ਮਾਈਕਰੋ ਪ੍ਰੋਸੈਸਰ ਦੇ ਨਾਲ ਆਪਾਂ ਨੂੰ ਮਸਟ ਯੂਜ਼ ਸਪੈਸ਼ਲਾਈਜ਼ਡ ਸਰਕਿਟਸ ਐਡਿਡ ਐਜ਼ ਐਕਸਟਰਨਲ ਚਿਪਸ। ਮਾਈਕਰੋ ਪ੍ਰੋਸੈਸਰ ਨੂੰ ਕੀ ਹੈ ਐਡੀਸ਼ਨਲ ਸਰਕਿਟ ਦੀ ਜ਼ਰੂਰਤ ਪੈਂਦੀ ਹੈ, ਮੈਮਰੀ ਦੀ ਜ਼ਰੂਰਤ ਪੈਂਦੀ ਹੈ ਜਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ। In other words, microprocessor is a processor having no RAM, no ROM and input-output ports। ਮਾਈਕਰੋ ਪ੍ਰੋਸੈਸਰ ਹੈ ਜਿਹੜਾ ਇਹ ਸਿੰਪਲ ਇਹਦੇ ਵਿੱਚ ਇੱਕ ਪ੍ਰੋਸੈਸਰ ਹੁੰਦਾ, ਨਾ ਇਹਦੇ ਵਿੱਚ RAM ਹੁੰਦਾ, ਨਾ ROM ਹੁੰਦਾ, ਨਾ ਇਨਪੁਟ ਆਊਟਪੁੱਟ ਪੋਰਟਸ ਹੁੰਦੇ ਨੇਗੇ। ਆਲ ਥੀਸ ਹੈਵ ਟੂ ਬੀ ਕਨੈਕਟਡ ਐਕਸਟਰਨਲੀ। ਇਹ ਸਾਰਾ ਕੁਝ ਐਕਸਟਰਨਲੀ ਆਪਾਂ ਨੂੰ ਕਨੈਕਟ ਕਰਨਾ ਪੈਂਦਾ। ਇਟ ਹੈਜ਼ ਅ ਸਿੰਗਲ ਮੈਮਰੀ where all the data and codes are stored। This type of architecture is von Neumann architecture। ਇਹ ਆਰਕੀਟੈਕਚਰ ਨੂੰ ਆਪਾਂ ਕੀ ਕਹਿੰਦੇ ਹਾਂ ਵੌਨ ਨਿਊਮੈਨ ਆਰਕੀਟੈਕਚਰ, ਜਿਹਦੇ ਵਿੱਚ ਸਿਰਫ ਆਪਣੇ ਕੋਲ ਇੱਕ ਸਿੰਗਲ ਪ੍ਰੋਸੈਸਰ ਹੁੰਦਾ, ਆਪਣੇ ਕੋਲ ਨਾ ਕੋਈ ਇਨਪੁਟ ਆਊਟਪੁੱਟ ਪੋਰਟਸ ਹੁੰਦੇ ਆ, ਨਾ ਕੋਈ ਮੈਮਰੀ ਹੁੰਦੀ ਹੈ, ਨਾ ROM ਹੈ, ਨਾ RAM ਹੈ, ਕੁਛ ਨਹੀਂ ਹੈਗਾ, ਮਾਈਕਰੋ ਪ੍ਰੋਸੈਸਰ ਹੈ। ਇਸ ਆਰਕੀਟੈਕਚਰ ਨੂੰ ਵੌਨ ਨਿਊਮੈਨ ਆਰਕੀਟੈਕਚਰ ਕਹਿੰਦੇ ਆ। ਔਨ ਦਾ ਅਦਰ ਹੈਂਡ ਮਾਈਕਰੋ ਕੰਟਰੋਲਰ ਹੈ ਜਿਹੜਾ is designed to be all of that in one। ਮਾਈਕਰੋ ਕੰਟਰੋਲਰ ਦੇ ਵਿੱਚ
ਇੱਕ ਵਿੱਚ ਹੀ ਸਾਰਾ ਕੁਝ ਹੁੰਦਾ ਹੈ। ਨੋ ਅਦਰ ਸਪੈਸ਼ਲ ਕੰਪੋਨੈਂਟਸ ਆਰ ਨੀਡਿਡ, ਕੋਈ ਹੋਰ ਸਪੈਸ਼ਲ ਕੰਪੋਨੈਂਟਸ ਚਾਹੀਦੇ ਨਹੀਂਗੇ। ਇਟ ਸੇਵਸ ਦਾ ਟਾਈਮ ਐਂਡ ਸਪੇਸ ਨੀਡਿਡ ਟੂ ਡਿਜ਼ਾਈਨ ਅ ਡਿਵਾਈਸ। ਟਾਈਮ ਅਤੇ ਸਪੇਸ ਹੈ ਜਿਹੜਾ ਚਾਹੀਦਾ ਉਹ ਕੀ ਹੈ, ਸੇਵ ਕਰ ਲੈਂਦਾ, ਕਿਉਂਕਿ ਇਹਦੇ ਕੁਛ ਹੋਰ ਚਾਹੀਦਾ ਹੀ ਨਹੀਂ ਐਕਸਟਰਨਲ। ਇਨ ਅਦਰ ਵਰਡਸ ਮਾਈਕਰੋ ਕੰਟਰੋਲਰ ਹੈਜ਼ ਦਾ एंटायर रैम रोम, माइक्रो कंट्रोलर को रैम रोम एंड पोर्ट्स ऑल ऑन चिप। ਇਹਦੇ ਕੋਲ ਚਿਪ 'ਤੇ ਕੀ ਹੁੰਦਾ, ਸਾਰਾ ਕੁਝ ਹੁੰਦਾ। ਆ ਮਾਈਕਰੋ ਕੰਟਰੋਲਰ ਦਿਖਾਇਆ ਅਤੇ ਮਾਈਕਰੋ ਪ੍ਰੋਸੈਸਰ ਦਿਖਾਇਆ। ਮਾਈਕਰੋ ਪ੍ਰੋਸੈਸਰ, ਓਸੀਲੇਟਰ, ਸਾਰਾ ਕੁਝ ਹੈ ਇਹਦੇ ਕੋਲ। ਇਟ ਹੈਜ਼ ਓਨ ਚਿਪ ਟਾਈਮਰਸ, ਟਾਈਮਰ 0, 1 ਟਾਈਮਰ ਵੀ ਹੁੰਦੇ ਨੇਗੇ। ਇਨ ਦਿਸ ਪ੍ਰੋਗਰਾਮ ਕੋਡ ਐਂਡ ਡਾਟਾ ਆਰ ਸਟੋਰਡ ਇਨ ਡਿਫਰੈਂਟ ਮੈਮਰੀ ਏਰੀਆਜ਼। ਇਹਦੇ ਕੋਲ ਡਿਫਰੈਂਟ ਮੈਮਰੀ ਏਰੀਆਜ਼ ਹੁੰਦੇ ਆ ਜਿਹਦੇ ਵਿੱਚ ਪ੍ਰੋਗਰਾਮ ਜਿਹੜਾ ਰਨ ਕਰਨਾ ਉਹਦਾ ਕੋਡ ਅਤੇ ਜਿਹੜਾ ਉਹਦਾ ਡਾਟਾ ਇਨਫੋਰਮੇਸ਼ਨ ਆ ਉਹ ਸਟੋਰ ਹੁੰਦੀ ਹੈ। ਦਿਸ ਇਜ਼ ਹਾਰਵਰਡ ਆਰਕੀਟੈਕਚਰ। ਇਹ ਹਾਰਵਰਡ ਆਰਕੀਟੈਕਚਰ ਹੈ। ਨੈਕਸਟ ਹੈ ਮਾਈਕਰੋ ਕੰਟਰੋਲਰ ਐਪਲੀਕੇਸ਼ਨਸ। ਮਾਈਕਰੋ ਕੰਟਰੋਲਰ ਦੀ ਐਪਲੀਕੇਸ਼ਨਸ ਕਿੱਥੇ ਯੂਜ਼ ਹੁੰਦਾ, ਫੋਲੋਇੰਗ ਫੀਲਡਸ ਦੇ ਵਿੱਚ ਯੂਜ਼ ਹੁੰਦਾ। ਵਾਸ਼ਿੰਗ ਮਸ਼ੀਨ, ਵਾਸ਼ਿੰਗ ਮਸ਼ੀਨ ਦੇ ਵਿੱਚ ਮਾਈਕ੍ਰੋਵੇਵ ਓਵਨ, DVD ਪਲੇਅਰ, ਕੈਮਰਾਜ਼, ਕੀਬੋਰਡ ਕੰਟਰੋਲਰ, ਮੋਡਮਸ, ਪਲੋਟਰਸ ਕਲਰ ਕਾਪੀਅਰਸ ਜਿਹੜੇ ਕਲਰ ਕਾਪੀ ਕਰਦੇ हैं, ਕੋਰਡਲੈਸ ਐਂਡ ਸੈਲੂਲਰ ਫੋਨਸ ਦੇ ਵਿੱਚ ਬ੍ਰੇਕਿੰਗ ਸਿਸਟਮ ਕੰਟਰੋਲ, ਸਿਕਿਉਰਿਟੀ ਅਲਾਰਮ, ਫਾਇਰ ਅਲਾਰਮ, ਇਲੈਕਟ੍ਰੋਨਿਕ ਮੈਜ਼ਰਮੈਂਟ ਇੰਸਟਰੂਮੈਂਟਸ ਜਿਵੇਂ ਡਿਜੀਟਲ ਮਲਟੀਮੀਟਰਸ, ਫ੍ਰੀਕੁਐਂਸੀ ਸਿੰਥੇਸਾਈਜ਼ਰ ਐਂਡ ਓਸੀਲੋਸਕੋਪਸ ਇਹਨਾਂ ਵਿੱਚ ਯੂਜ਼ ਹੁੰਦਾ ਮਾਈਕਰੋ ਕੰਟਰੋਲਰ। ਮਾਈਕਰੋ ਕੰਟਰੋਲਰ ਦੀ ਆ ਡਾਇਗਰਾਮ ਦਿਖਾਈ ਹੈ। ਇਹਦੇ ਕੋਲ ਟਾਈਮਰ ਨਹੀਂ, ਸਪੈਸ਼ਲ SFR ਕੇ ਸਪੈਸ਼ਲ ਫੰਕਸ਼ਨ ਰਜਿਸਟਰਸ ਹੈ, ਠੀਕ ਹੈ। A to D ਕਨਵਰਟਰਸ ਵੀ ਹੈ, ਜੇ ਐਨਾਲੋਗ ਇਨਫੋਰਮੇਸ਼ਨ ਉਹਨੂੰ ਡਿਜੀਟਲ 'ਚ ਕਨਵਰਟ ਕਰਨਾ, ਡਿਜੀਟਲ ਹੈ ਤਾਂ ਐਨਾਲੋਗ 'ਚ ਕਨਵਰਟ ਕਰਨਾ। ਮੈਮਰੀ ਹੈ, ਮੈਮਰੀ ਪ੍ਰੋਗਰਾਮ ਮੈਮਰੀ, ਕਾਫੀ ਸਾਰੇ ਮੈਮਰੀ ਦੇ ਬਾਕਸਿਸ ਹੈ। ਇਰੇਜ਼ੇਬਲ ਮੈਮਰੀ ਹੈ, ਐਕਿਊਮੂਲੇਟਰ ਵੀ ਹੈ ਇਹਦੇ ਕੋਲ। ਡਿਕੋਡਰ, ਇੰਸਟਰਕਸ਼ਨ ਡਿਕੋਡਰ ਹੈ, ਕੋਈ ਇੰਸਟਰਕਸ਼ਨ ਦਿੱਤੀ ਹੈ ਉਹਨੂੰ ਇਹ ਡਿਕੋਡ ਕਰ ਲੈਂਦਾ। ਓਸੀਲੇਟਰਸ ਨੇ, ਸਾਰਾ ਕੁਛ ਇਹਦੇ ਵਿੱਚ ਹੈ। ਅੱਗੇ ਆਇਆ 8051 ਮਾਈਕਰੋ ਕੰਟਰੋਲਰ। ਮਾਈਕਰੋ ਕੰਟਰੋਲਰ ਜਿਹੜਾ ਆਪਾਂ 8051 ਤੁਹਾਡੇ ਸਿਲੇਬਸ ਵਿੱਚ ਹੈ। 8051 ਇਜ਼ ਐਨ 8-bit ਮਾਈਕਰੋ ਕੰਟਰੋਲਰ। 8-bit ਮਾਈਕਰੋ ਕੰਟਰੋਲਰ ਹੈ 8051। ਉਹੀ ਬਾਰ ਦੱਸਿਆ ਵੀ ਇਹਦੇ ਕੋਲ ਔਨ ਚਿਪ ਐਕਸਟਰਨਲਸ ਹੈ, ਇੰਕਲੂਡਿੰਗ ਟਾਈਮਰ ਹੈ, ਕਾਊਂਟਰ, UART, ਸਾਰਾ ਕੁਛ ਹੀ ਹੈ। ਕਨਵਰਟਰਸ ਹੈ, ਪਲਸ ਵਿਡਥ ਮੋਡੂਲੇਟਰ, ਸਾਰਾ ਕੁਛ ਹੈ। ਅੱਗੇ ਆ ਗਿਆ ਮੇਨ ਫੀਚਰਸ ਕੀ ਹੈ ਮਾਈਕਰੋ ਕੰਟਰੋਲਰ 8051 ਦੇ। ਜਿਹੜਾ 8051 ਹੈ ਉਹਦੇ ਮੇਨ ਫੀਚਰ ਕੀ ਨੇ। ਇਟ ਪ੍ਰੋਵਾਈਡਸ ਮੈਨੀ ਫੰਕਸ਼ਨਸ ਇਨ ਏ ਸਿੰਗਲ ਪੈਕੇਜ। ਸਿੰਗਲ ਪੈਕੇਜ ਹੈ, ਸਿੰਗਲ IC ਹੈ, ਲੇਕਿਨ ਆਪਾਂ ਬਹੁਤ ਸਾਰੇ ਫੰਕਸ਼ਨ ਕਰ ਸਕਦੇ ਹਾਂ। CPU ਵਾਲਾ ਫੰਕਸ਼ਨ, ਰੈਮ ਰੋਮ ਵੀ ਇਹਦੇ ਵਿੱਚ ਹੈ। ਇਨਪੁਟ ਆਊਟਪੁੱਟ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ। ਇੰਟਰਪਟ ਲੌਜਿਕ, ਕੋਈ ਇੰਟਰਪਟ ਆ ਗਈ ਸਡਨਲੀ ਉਹ ਵੀ ਮਤਲਬ ਉਹ ਹੋ ਜੂਗੀ ਇੰਟਰਪਟ ਐਗਜ਼ੀਕਿਊਟ ਹੋ ਜੂਗੀ। ਟਾਈਮਰ ਵੀ ਹੈ, ਸਾਰਾ ਕੁਛ ਹੈ। ਸੈਕਿੰਡ ਹੈ 8-bit CPU ਵਿਦ ਰਜਿਸਟਰਸ A ਐਂਡ ਰਜਿਸਟਰ B। CPU 8-bit CPU ਹੈ। CPU ਕੀ ਹੁੰਦਾ, ਸੈਂਟਰਲ ਪ੍ਰੋਸੈਸਰ ਯੂਨਿਟ, ਠੀਕ ਹੈ। ਰਜਿਸਟਰਸ ਨੇ ਐਕਿਊਮੂਲੇਟਰ ਅਤੇ ਰਜਿਸਟਰ B।
8 बिट प्रोग्राम स्टेटस वर्ड। प्रोग्राम स्टेटस वर्ड है 8 बिट का। इन्हें डिटेल अगे पढ़ांगे। 8 बिट स्टैक पॉइंटर है, ये माइक्रो प्रोसैसर च तुसीं पढ़िया होना। स्टैक पॉइंटर, प्रोग्राम काउंटर किन्ने बिट्स का हुंदा? 16 बिट का। ते डाटा पॉइंटर 8 बिट डाटा बस है। डाटा बस ये कोले 8 बिट्स दी है। 16 बिट्स एड्रैस बस, 16 बिट्स दी एड्रैस बस है। तो फिर कितनी मैमरी लोकेशंस नूं एक्सैस कर सकता है? कितनी मैमरी लोकेशंस हो गई? 2⁻16। ऑन चिप रैम 128 बाइट्स, ऑन चिप रोम 4 KB। ऑन चिप रैम 128 किलोबाइट्स तो रोम कितनी है? 4 किलोबाइट्स। 4 बाइट बाई डायरैक्शनल इनपुट आउटपुट पोर्ट्स हैं। ये सारा कुछ है ये 4 बाइट बाई डायरैक्शनल पोर्ट्स हैं, इनपुट आउटपुट। 4 बाइट का मतलब 32 बिट्स। पोर्ट्स केड़े हैं? 4 पोर्ट्स हैं। पोर्ट 0, P0, P1, P2, P3। UART की हुंदा है? यूनीवर्सल एसिंक्रोनस रिसीवर ट्रांसमिशन। ये सीरियल ट्रांसमिशन लिए यूज़ होंदा है। फिर नैक्सट है 2 16 बिट टाइमर्स काउंटर्स। कुछ भी लगाओ, 2 16 बिट दे कोल टाइमर काउंटर होंदे हैं। 2 लेवल इंटरप्ट प्रायोरिटी भी होंदा है। पावर सेविंग मोड भी लग जाता है। 2 एक्सटर्नल एंड 3 इंटरनल इंटरप्ट सोर्सिस भी होंगे। ये फीचर्स आ गए सारे भी की कुछ होंदा है ये पता लग गया। आ तो पहले ही दसे भी CPU रैम रोम इनपुट आउटपुट इंटरप्ट टाइमर सारा कुछ ये होंदा है। CPU 8 बिट्स होंदा है। प्रोग्राम स्टेटस वर्ड 8 बिट होंदा है। स्टैक पॉइंटर 8 बिट, 16 बिट प्रोग्राम काउंटर। पोर्ट्स मेन ने 4 पोर्ट्स होंदे ने 32 बिट्स से या 4 बाइट्स से। होर भी कई तरह के रिलेटिड प्रोसैसर 8051 तो नाल रिलेटिड प्रोसैसर आए ने। रिलेटिड प्रोसैसर हैं जेह्ड़े 8048, 8031, 8052। एडवांटेज की है 8051 दे? पावरफुल है, 2 टाइमर ने ये कोले, रैम काफ़ी ज़्यादा है। बस यही सारे एडवांस। मेन आ जाता अगे नैक्सट आर्किटैक्चर 8051 का माइक्रो कंट्रोलर का। आर्किटैक्चर काफ़ी इंपोर्टेंट है। ये पेपर में क्वेश्चन आ जाते हैं। इंटेल 8051 इज़ हार्वर्ड आर्किटैक्चर। हार्वर्ड आर्किटैक्चर पर बेस्ड है। माइक्रो प्रोसैसर है जोड़ा वो बेस्ड है अपने उत्ते वॉन न्यूमैन ते। ठीक है, 8051 हार्वर्ड के उत्ते बेस्ड है। 8051 दे अगे आर्किटैक्चर विच आ डायग्राम है। ब्लॉक डायग्राम 8051 आर्किटैक्चर दी की है। देखो सब तो पहला की है इनपुट आउटपुट पोर्ट्स तो होंदे ही ने 4 इनपुट आउटपुट पोर्ट्स हैं। ठीक है, P0, P1, P2, P3। P0 ते P2 जेह्ड़े ने ना, P0 तो थोड़ा ओहदे लई है डाटा लई, ते जेह्ड़ा P2 है
ये एड्रैस बस भी हो सकता है, डाटा भी कर सकता है। P0 कोई दी पिन डायग्राम हैगी है, पिन डायग्राम च दिखानी। P0 है जिहड़ा वो डाटा पिछे हुंदा है इनू आपां मैमरी की तरह, इनू आपां एड्रैस बस की तरह भी यूज़ कर सकते हैं, डाटा बस की तरह भी यूज़ कर सकते हैं, जिहड़ा पोर्ट 0 है। पोर्ट्स हैं, फिर सीरियल पोर्ट है। सीरियल पोर्ट दे विच ट्रांसमिट डाटा, रिसीव डाटा दो वो दिखाए हैं। सब तो उपर इंटरप्ट कंट्रोल है, एक्सटर्नल इंटरप्ट्स वगैरह आईयां। 4K रोम रैम है, दो टाइमर लगे हुए हैं 16 बिट दे। बस कंट्रोल है, ओसीलेटर है, CPU है। CPU तो है भाई, CPU 8 बिट CPU है। ओसीलेटर नैक्सट आ गया CPU की की फुल फॉर्म है सेंट्रल प्रोसैसर यूनिट। ये तुसी पहला भी पढ़ा होना, ये ब्रेन है माइक्रो कंट्रोलर का CPU, हू मॉनिटर्स and controls all operations being performed within the microcontroller and the user can't affect its work। ये सारे की है ऑपरेशंस मॉनिटर करता है तो कंट्रोल करता है। मेन फंक्शन है जिहड़ा CPU दा वो की है, डाटा ट्रांसफर करना, अरिथमैटिक एंड लॉजिक ऑपरेशंस, डिसीजन मेकिंग। CPU की करता है, डाटा कोई भी ट्रांसफ़र करना, एक रजिस्टर तो दूसरे रजिस्टर, एक मैमरी लोकेशन तो दूसरी मैमरी लोकेशन, ये CPU करता है। अरिथमैटिक एंड लॉजिक ऑपरेशंस परफॉर्म करता है। कोई डिसीजन बनाना है, कोई डिसीजन इंस्ट्रक्शन फ्लो कंट्रोल दे विच वो डिसीजन मेकिंग ये करता है। अरिथमैटिक लॉजिक यूनिट ये CPU विच की है, अरिथमैटिक लॉजिक यूनिट हुंदा है। अरिथमैटिक लॉजिक यूनिट की है, नाम तो ही पता लगता है भी अरिथमैटिकल ऑपरेशंस परफॉर्म करता है। अरिथमैटिक ऑपरेशन मैथमेटिकल ऑपरेशंस हो गए, जिमें एडिशन, सबट्रैक्शन, मल्टीप्लिकेशन, डिवीज़न, ये सारा कुछ। लॉजिकल ऑपरेशन किहड़े हो गए, एंड करना, और करना, एक्सओर करना, नोट करना, ये सारा उहदे विच आ गया। इंस्ट्रक्शन डिकोडर है, वो भी हुंदा है इहदे विच। इंस्ट्रक्शन डिकोडर भी CPU च ही हुंदा है, दे नाल ही हुंदा है। इहदे विच की हुंदा है, एज द नेम इटसैल्फ सजैसट, इट इज़ यूज टू डिकोड द इंस्ट्रक्शन। ये डिकोड करन लई इंस्ट्रक्शन है जिहड़ी तुहानूं कोई भी तुसीं दित्ती है उहनूं डिकोड करन लई यूज़ हुंदा है। इट इज़ ए पार्ट ऑफ इलैक्ट्रॉनिक्स विच रिकोगनाइज प्रोग्राम इंस्ट्रक्शंस एंड ऑन द बेसिस ऑफ विच रनस अदर सर्किट्स। बस मेन इहदा की है, कोई भी इंस्ट्रक्शन दित्ती है उहदा की मीनिंग है, ये CPU नूं समझांदा है इंस्ट्रक्शन डिकोडर, तां CPU अगे है जिहड़ा वो इंस्ट्रक्शन परफॉर्म करता है। फिर अगे आ गए स्पैशल फंक्शन रजिस्टर्स। स्पैशल फंक्शन रजिस्टर्स जिहड़े नेगे आ दिते हुए नेगे स्पैशल फंक्शन जिन्हां दा नाल मतलब इनपुट आउटपुट तो बिना, एक तो रजिस्टर ने इनपुट लै ली, आउटपुट देती, उस तो बिना वो कुछ स्पैशल फंक्शन परफॉर्म करते हैं, उन्होंने आप की कहते हैं स्पैशल फंक्शन रजिस्टर्स। ये किहड़े किहड़े आ गए, एक्यूमुलेटर लिखे होंगे, आ सीगे एक्यूमुलेटर, बी रजिस्टर,
प्रोग्राम काउंटर, ये सारे आ गए। स्पैशल फंक्शन रजिस्टर्स हैं ਜਿਹੜੇ एक्यूमुलेटर, ये सारा कुछ नैक्सट ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਸਪੈਸ਼ਲ ਫੰਕਸ਼ਨ ਰਜਿਸਟਰਸ ਅਤੇ ਪਿਨ ਡਾਇਗਰਾਮ 8051 ਦੀ, ਉਹਦੇ ਵਿੱਚ ਆਪਾਂ ਸਾਰੇ ਜਿਹੜੇ 8051 ਇਹ 40 ਪਿਨ ਆਈਸੀ ਹੁੰਦਾ, ਉਹਦੀ ਸਾਰੀ ਪਿਨਸ ਬਾਰੇ ਪੜ੍ਹਾਂਗੇ। 4 ਇਹਦੇ ਪੋਰਟਸ ਹੁੰਦੇ ਨੇ, 32 ਪਿਨਸ ਤਾਂ ਇਹੀ ਹੋ ਗਈਆਂ। ਬਾਕੀ 8 ਹੈ ਜਿਹੜੇ ਉਹ ਜਿਵੇਂ ਗਰਾਊਂਡ ਪਿਨ ਹੋ ਗਈ, ਪਾਵਰ ਸਪਲਾਈ ਦੀ ਹੋ ਗਈ, ਇੰਟਰਪਟਸ ਦੀ ਹੋ ਗਈ, ਓਸੀਲੇਟਰ, ਆਹ ਕ੍ਰਿਸਟਲ ਓਸੀਲੇਟਰ, ਇਹ ਸਾਰੇ ਆ ਗਏ। ਆਹ ਦਿਖਾਇਆ ਹੋਇਆ ਇਸ ਡਾਇਗਰਾਮ ਦੇ ਵਿੱਚ ਵੀ 4 ਪੋਰਟਸ ਤਾਂ ਇਹੀ ਹੋ ਗਏ, ਪੋਰਟ 0, ਪੋਰਟ 1, ਪੋਰਟ 2, ਪੋਰਟ 3 ਦੇ ਵਿੱਚ ਸਾਰੇ ਸਪੈਸ਼ਲ ਫੰਕਸ਼ਨਸ ਆ ਗਏ। ਉਸ ਤੋਂ ਬਿਨਾਂ ਕ੍ਰਿਸਟਲ ਓਸੀਲੇਟਰ ਅਤੇ ਆ ਰੀਸਟਾਰਟ ਦਾ ਹੋ ਗਿਆ ਇੱਕ ਆ ਗਿਆ ALE। ਬਸ ਇਹ ਵਾਲਾ ਨੈਕਸਟ ਲੈਕਚਰ 'ਚ ਹੋਊਗਾ। ਥੈਂਕ ਯੂ।